हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਅੱਜ ਤੁਹਾਡੇ ਨਾਲ ਮਾਸਟਰ ਕੇਡਰ ਪ੍ਰੀਵੀਅਸ SST ਦਾ ਪੇਪਰ ਜਿਹੜਾ ਸ਼ੇਅਰ ਕਰਨ ਜਾ ਰਹੇ ਹਾਂ ਤੇ ਨਾਲ ਤੁਹਾਡਾ ਆਪਣਾ ਲੈਵਲ ਹੈ ਜਿਹੜਾ ਉਹ ਚੈੱਕ ਹੋ ਜਾਏਗਾ, ਕਿੰਨੀ ਕੁ ਤਿਆਰੀ ਤੁਹਾਡੀ ਹੈਗੀ ਹੈ, ਕਿੰਨੀ ਕੁ ਨਹੀਂ ਹੈ। ਸੋ ਕਿਹੜੇ ਕੁਐਸਚਨ ਪੁੱਛੇ ਗਏ ਸੀ, ਬਹੁਤ ਜ਼ਿਆਦਾ ਸੌਖਾ ਪ੍ਰਸ਼ਨ ਸੀ ਜਿਹੜਾ ਇਹਦੇ ਵਿੱਚ ਆਇਆ ਹੋਗਾ। ਨਾਲੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜੇ ਟੌਪਿਕ ਦੇ ਵਿੱਚੋਂ ਪ੍ਰਸ਼ਨ ਉੱਤਰ ਹੈ ਜਿਹੜੇ ਪਹਿਲਾਂ ਵਾਲੇ 60 ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਪੋਲਿਟੀ ਦੇ ਵਿੱਚ ਜਿਹੜੇ ਪਾਏ ਗਏ ਸੀਗੇ। ਸੋ ਇਹਨਾਂ ਦੇ ਵਿੱਚੋਂ ਕਾਫੀ ਕੁਐਸਚਨ ਜਿਹੜਾ ਦੁਬਾਰਾ ਰਿਪੀਟ ਹੋਣ ਦੇ ਚਾਂਸ ਨੇ, ਕਿਉਂਕਿ ਜੋ ਵੀ ਤੁਸੀਂ ਐਗਜ਼ਾਮ ਦਿੰਦੇ ਹੋ ਤਾਂ ਪ੍ਰੀਵੀਅਸ ਕੁਐਸਚਨ ਜ਼ਰੂਰ ਪੜ੍ਹ ਲਿਆ ਕਰੋ। ਇਹਦੇ ਵਿੱਚੋਂ 5-4 ਕੁਐਸਚਨ ਤੁਹਾਨੂੰ 100% ਸ਼ੋਰ ਹੈ ਆਉਣਗੇ ਹੀ ਆਉਣਗੇ। ਤਾਂ ਇਹ ਪ੍ਰੀਵੀਅਸ ਪੇਪਰ ਆ ਨਾਲ ਦੀ ਨਾਲ ਸੋਲਵ ਕਰਾਂਗੇ। ਨਾਲ ਦੀ ਨਾਲ ਤੁਸੀਂ ਕਮੈਂਟ ਕਰਦੇ ਜਾਇਓ, ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿੰਨੇ ਤੁਹਾਡੇ ਜਿਹੜੇ ਆਨਸਰ ਹੈ ਉਹ ਸਹੀ ਜਾਂਦੇ ਆ, ਕਿੰਨੇ ਗਲਤ ਜਾਂਦੇ ਆ। ਨਾਲ ਦੀ ਨਾਲ ਨੋਟ ਕਰੀ ਜਾਇਓ ਅਤੇ ਮਾਰਕਸ ਜਿਹੜੇ ਆਪਣੇ ਜੋੜੀ ਜਾਇਓ। ਸੋ ਇੱਕ ਤੁਹਾਡਾ ਜਿਹੜਾ ਲੈਵਲ ਹੈ ਤੇ ਚੈੱਕ ਹੋ ਜਾਏਗਾ, ਨਾਲੇ ਤੁਹਾਡੇ ਪ੍ਰੀਵੀਅਸ ਕੁਐਸਚਨ ਹੈ ਜਿਹੜੇ ਯਾਦ ਹੋ ਜਾਣਗੇ। ਸੋ ਪਹਿਲਾ ਸੈਟ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ 60 ਮਾਸਟਰ ਕੇਡਰ ਦਾ ਜਿਹੜਾ ਐਗਜ਼ਾਮ ਹੋਇਆ ਸੀਗਾ। ਤਾਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਜਿਹੜਾ ਪੁੱਛਿਆ ਗਿਆ ਸੀਗਾ, ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਸੂਚੀ ਭਾਸ਼ਾਵਾਂ ਨਾਲ ਜਿਹੜੀ ਹੈ ਸੰਬੰਧਿਤ ਹੈ। ਸੋ ਬਿਲਕੁਲ ਉਲਟਾ ਕੇ ਜੇ ਕੁਐਸਚਨ ਪੁੱਛਿਆ ਗਿਆ ਉਹ ਕਿਹੜੀ ਸੂਚੀ ਜਿਹੜੀ ਭਾਸ਼ਾਵਾਂ ਦੇ ਨਾਲ ਸੰਬੰਧਿਤ ਹੈ। ਸੋ ਅਕਸਰ ਇਹ ਕੁਐਸਚਨ ਆਪਾਂ ਪੜ੍ਹਿਆ ਹੋਣਾ ਕਿ 8ਵੀਂ ਅਨੁਸੂਚੀ ਦੇ ਵਿੱਚ ਕੀ ਹੈ। ਸੋ ਇੱਥੇ ਉਲਟਾ ਕੇ ਪਾਇਆ ਗਿਆ 7ਵੀਂ 8ਵੀਂ 9ਵੀਂ ਜਾਂ 10ਵੀਂ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਸੂਚੀ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਨੇ ਜਾਂ ਭਾਸ਼ਾਵਾਂ ਨਾਲ ਸੰਬੰਧਿਤ ਸੂਚੀ ਹੈ ਤਾਂ ਉਹ ਹੈ ਜੀ 8ਵੀਂ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੋ ਕਮੈਂਟ ਕਰਦੇ ਜਾਇਓ, ਗਲਤ ਹੋਏਗਾ ਜਾਏਗਾ ਕੋਈ ਗੱਲ ਨਹੀਂ। ਤੁਹਾਡਾ ਇੱਕ ਲੈਵਲ ਹੈ ਜਿਹੜਾ ਚੈੱਕ ਹੋ ਰਿਹਾ ਪੁਰਾਣੇ ਪੇਪਰ ਦੇ ਵਿੱਚ, ਨਾਲ ਤੁਹਾਨੂੰ ਪੁਰਾਣੇ ਪੇਪਰ ਦੇ ਕੁਐਸਚਨ ਹੈ ਜਿਹੜੇ ਯਾਦ ਹੋ ਜਾਣਗੇ। ਆਰਟੀਕਲ 51A ਤੋਂ ਕੀ ਭਾਵ ਹੈ। ਸੋ ਕਿਸ ਤਰ੍ਹਾਂ ਬਿਲਕੁਲ ਸ਼ਾਰਟ ਦੇ ਵਿੱਚ ਪਾਇਆ ਜਾਂਦਾ ਹੈ। ਇਹ ਨਹੀਂ ਪਾਇਆ ਗਿਆ ਆਰਟੀਕਲ 51 ਦੇ ਵਿੱਚ ਕੀ ਹੈ ਜਾਂ ਆਰਟੀਕਲ 51 ਕਿਸ ਨਾਲ ਸੰਬੰਧਿਤ ਹੈ। ਸੋ ਇਹ ਪਾਇਆ ਗਿਆ ਆਰਟੀਕਲ 51A ਤੋਂ ਕੀ ਭਾਵ ਹੈ। ਰਾਜਨੀਤੀ ਦੇ ਨਿਰਦੇਸ਼ਾਤਮਕ ਸਿਧਾਂਤ, ਮੁੱਢਲੇ ਅਧਿਕਾਰ, ਉਪਰੋਕਤ ਕੋਈ ਨਹੀਂ ਜਾਂ ਮੁੱਢਲੋਂ ਫਰਜ਼। ਤਾਂ ਇੱਥੇ ਮੁੱਢਲੋਂ ਫਰਜ਼ ਪਾਇਆ ਗਿਆ। ਸੋ ਇੱਥੇ ਕਨਫਿਊਜ਼ ਹੋ ਜਾਂਦਾ ਹੈ ਕਿ 51A 'ਚ ਕੀ ਹੈ। ਸੋ ਪੰਜਾਬੀ ਦੇ ਵਿੱਚ ਜੋ ਵੀ ਆਪਣਾ ਐਗਜ਼ਾਮ ਹੁੰਦਾ ਮਾਸਟਰ ਕੇਡਰ ਦਾ ਸਹੀ ਨਹੀਂ ਹੁੰਦੀ, ਸ਼ਬਦਾਂ ਦੀ ਉਲਟ ਫੇਰ ਹੁੰਦੀ ਹੈ। ਜਿਵੇਂ ਇੱਥੇ ਮੁੱਢਲੋਂ ਫਰਜ਼ ਪਾਇਆ ਗਿਆ। ਸੋ ਅਜੀਬ ਜਿਹਾ ਵਰਡ ਹੈ ਮੁੱਢਲੋਂ ਫਰਜ਼, ਆਪਾਂ ਇਹ ਨਹੀਂ ਪੜ੍ਹਿਆ ਹੋਣਾ। ਤਾਂ ਮੁੱਢਲੇ ਅਧਿਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਇੱਥੇ ਆਪਸ਼ਨ EDC ਜਿਹੜਾ ਰਾਈਟ ਆਨਸਰ ਆਏਗਾ। ਸੋ ਕਿੰਨੇ ਤੁਹਾਡੇ ਸਹੀ ਜਾਂਦੇ ਹੈ ਨੋਟ ਕਰ ਲਿਓ, ਉਸ ਹਿਸਾਬ ਨਾਲ ਮੈਰਿਟ ਨਾਲ ਕਨਵਰਟ ਕਰ ਲਿਓ। ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਹੈ ਜਿਹੜਾ ਕੀਤਾ ਗਿਆ ਸੀ। 42ਵੇਂ ਸੋਧ ਐਕਟ 1976, 47ਵੇਂ ਸੋਧ ਐਕਟ 1984, 71ਵੇਂ ਸੋਧ ਐਕਟ 1992 ਜਾਂ 92ਵੇਂ ਸੋਧ ਐਕਟ 2003। ਤਾਂ ਜਿਹੜੇ ਰਾਸ਼ਟਰ ਦੀ ਏਕਤਾ ਕਿਹੜੇ ਐਕਟ ਅਧੀਨ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੀ ਗਈ ਸੀ ਤਾਂ ਉਹ ਸੀ 42ਵੇਂ ਸੋਧ ਐਕਟ 1976 ਦੇ ਤਹਿਤ। ਤਾਂ ਇਹ ਪੋਲਿਟੀ ਦੀ PDF ਸਾਡੇ ਕੋਲ ਅਵੇਲੇਬਲ ਹੈਗੀ ਹੈ। ਨੀਚੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਣਗੇ। ਜਿੰਨੇ ਵੀ ਕੁਐਸਚਨ ਬਣਦੇ ਹੈ ਤਾਂ ਉਹਦੇ ਵਿੱਚ ਸ਼ਾਰਟ ਦੇ ਵਿੱਚ ਇਨਫੋਰਮੇਸ਼ਨ ਹੈ ਜਿਹੜੀ ਦਿੱਤੀ ਹੋਈ ਹੈ। ਜੋ ਵੀ ਇੰਟਰਸਟਡ ਨੇ ਡਾਊਨਲੋਡ ਕਰਕੇ ਰੀਡ ਜਿਹੜੀ ਤੁਸੀਂ ਬਾਕੀ ਦਿਨ ਬਚੇ ਨੇ ਸ਼ਾਰਟ ਦੇ ਵਿੱਚ ਘੱਟ ਟਾਈਮ ਦੇ ਵਿੱਚ ਕਰ ਸਕਦੇ ਹੋ। ਸੋ ਪੋਲਿਟੀ ਦੇ ਜਿਸ ਤਰ੍ਹਾਂ ਦੇ ਹਿਸਾਬ ਨਾਲ ਇਹ ਕੁਐਸਚਨ ਆਏ ਹੋਏ ਨੇ ਐਗਜ਼ਾਮ ਦੇ ਵਿੱਚ, ਤਾਂ ਸਾਰੀ ਡਿਟੇਲ ਉਹ PDF ਨੋਟਿਸ ਦੇ ਵਿੱਚ ਅਵੇਲੇਬਲ ਹੈ। ਪੋਲਿਟੀ ਦੇ ਕਰ ਸਕਦੇ ਹੋ, ਹਿਸਟਰੀ ਦੇ ਕਰ ਸਕਦੇ ਹੋ, ਪੂਰਾ ਨਿਚੋੜ ਦਿੱਤਾ ਗਿਆ ਹੈ। 100% ਸ਼ੋਰ ਹੈ ਤੁਹਾਨੂੰ ਉਹਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਜਿਹੜੇ ਆ ਜਾਣਗੇ, ਜਿਸ ਤਰ੍ਹਾਂ ਹਿਸਾਬ ਨਾਲ 60 ਮਾਸਟਰ ਕੇਡਰ ਦਾ ਐਗਜ਼ਾਮ ਹੈ ਜਿਹੜਾ ਪਾਇਆ ਗਿਆ। ਸੋ ਕੇਸਵਾਨੰਦ ਭਾਰਤੀ ਕੇਸ ਸੰਬੰਧਿਤ ਹੈ, ਕਿਹਦੇ ਨਾਲ ਸੰਬੰਧਿਤ ਸੀਗਾ ਇਹ। ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨਾਲ, ਸੂਚਨਾ ਦੇ ਅਧਿਕਾਰ ਨਾਲ, ਸੰਘਵਾਦ ਨਾਲ ਜਾਂ ਫਿਰ ਸੁਤੰਤਰਤਾ ਦੇ ਅਧਿਕਾਰ ਨਾਲ। ਤਾਂ ਕੇਸ਼ਵਨੰਦਾ ਭਾਰਤੀ ਜਿਹੜਾ ਕੇਸ ਹੈ ਉਹ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨਾਲ ਸੰਬੰਧਿਤ ਸੀਗਾ ਜਾਂ ਸੰਬੰਧਿਤ ਹੈ ਜਾਂ ਸੰਬੰਧਿਤ ਸੀ। ਆਪਸ਼ਨ ਊੜਾ ਦੇ ਵਿੱਚ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 14 ਕੀ ਦੱਸਦਾ ਹੈ ਜਾਂ ਆਰਟੀਕਲ 14 ਤਸਦੀਕ ਕਰਦਾ ਹੈ ਜਾਂ ਆਰਟੀਕਲ 14 ਵਿੱਚ ਕੀ ਹੈ ਜਾਂ ਕਿਹਦੇ ਨਾਲ ਸੰਬੰਧਿਤ ਹੈ। ਸੂਚਨਾ ਦੇ ਅਧਿਕਾਰ, ਸਿੱਖਿਆ ਦੇ ਅਧਿਕਾਰ, ਸਮਾਨਤਾ ਦੇ ਅਧਿਕਾਰ ਜਾਂ ਰੁਜ਼ਗਾਰ ਦੇ ਅਧਿਕਾਰ ਨਾਲ। ਤਾਂ ਭਾਰਤੀ ਸੰਵਿਧਾਨ ਦਾ ਜਿਹੜਾ ਆਰਟੀਕਲ 14 ਹੈ ਤਾਂ ਇਹ ਸਮਾਨਤਾ ਦੇ ਨਾਲ, ਸਮਾਨਤਾ ਦੇ ਅਧਿਕਾਰ ਦੀ ਤਸਦੀਕ ਹੈ ਜਿਹੜੀ ਕਰਦਾ ਹੈ, ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ। ਆਪਸ਼ਨ ED ਰਾਈਟ ਆਨਸਰ ਆਏਗਾ। ਮੰਡਲ ਕਮਿਸ਼ਨ ਕੇਂਦਰਿਤ ਹੈ, ਕਿਸ ਤੇ ਕੇਂਦਰਿਤ ਹੈ। ਪਛੜੇ ਵਰਗਾਂ ਤੇ, ਕਬੀਲਾਈ ਵਰਗਾਂ ਤੇ, ਅਲਪ ਸੰਖਿਅਕਾਂ ਤੇ ਜਾਂ ਫਿਰ ਵਿਦੇਸ਼ੀਆਂ ਤੇ। ਤਾਂ ਮੰਡਲ ਕਮਿਸ਼ਨ ਸੀ ਜਿਹੜਾ ਇਹ ਕੇਂਦਰਿਤ ਸੀਗਾ, ਜਿਹੜਾ ਪਿਛੜੇ ਹੋਏ ਵਰਗਾਂ ਤੇ ਕੇਂਦਰਿਤ ਸੀਗਾ।
ऑप्शन ऊड़ा राइट आंसर आएगा। अगला प्रश्न है, किस तरह देख सकते हो तुसीं, बिल्कुल शॉर्ट दे विच क्वेश्चन पाए जाते हैं। कानून की शर्त की है? स्पष्ट है, वास्तविक है, काल्पनिक है, ਜਾਂ ਊੜਾ ਤੇ ਆੜਾ ਦੋਨੋਂ ਨੇ। ਸੋ ਇਹ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਕਨਫਿਊਜ਼ ਕਰਨ ਵਾਲੇ ਹੈ। ਤਾਂ ਕਾਨੂੰਨ ਦੀ ਜਿਹੜੀ ਸ਼ਰਤ ਹੈ ਉਹ ਆਪਸ਼ਨ ਊੜਾ ਅਤੇ ਆੜਾ ਆਏਗਾ। ਆਪਸ਼ਨ ਦੇ ਹਿਸਾਬ ਨਾਲ ਸੱਸਾ ਬਣੇਗਾ, ਊੜਾ ਤੇ ਆੜਾ। ਸਪਸ਼ਟ ਵੀ ਹੈ ਅਤੇ ਵਾਸਤਵਿਕ ਵੀ ਹੈ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। अगला प्रश्न है, आर्थिक समानता ਨੂੰ कौन तरजीह ਦਿੰਦਾ है? मार्क्सवादी, पूंजीवादी, उचारचित ਜਾਂ ਫਿਰ ਸੰਘਵਾਦੀ। ਤਾਂ ਆਰਥਿਕ ਸਮਾਨਤਾ ਨੂੰ ਤਰਜੀਹ ਜਿਹੜਾ ਦਿੰਦਾ ਹੈ ਉਹ ਮਾਰਕਸਵਾਦੀ ਦਿੰਦਾ ਹੈ। ਸੋ ਕਾਫੀ ਟਫ ਕੁਐਸਚਨ ਹੈ ਇਹ। ਅਗਲਾ ਪ੍ਰਸ਼ਨ ਹੈ, ਸ਼ਬਦ ਜਸਟਿਸ ਕਿਸ ਭਾਸ਼ਾ ਤੋਂ ਹੈ ਜਿਹੜਾ ਲਿਆ ਗਿਆ? ਪੋਲਿਟੀ ਦੇ ਵਿੱਚ ਆਪਾਂ ਸ਼ੁਰੂ ਤੋਂ ਹੀ ਪੜ੍ਹਦੇ ਹਾਂ, ਜੋ ਵੀ ਤੁਸੀਂ ਬੁੱਕਸ ਤੋਂ ਪੜ੍ਹਿਆ ਹੋਏਗਾ ਤਾਂ ਉਹਦੇ ਵਿੱਚ ਦੂਜਾ ਤੀਜਾ ਪ੍ਰਸ਼ਨ ਪਿਆ ਹੁੰਦਾ ਹੈ। ਗ੍ਰੀਕ, ਫਰੈਂਚ, ਲਾਤੀਨੀ ਜਾਂ ਫਿਰ ਜਾਪਾਨੀ। ਤਾਂ ਜਸਟਿਸ ਸ਼ਬਦ ਹੈ ਜਿਹੜਾ ਇਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਡੀਐਮਕੇ ਪਾਰਟੀ ਕਿਸ ਰਾਜ ਨਾਲ ਸੰਬੰਧਿਤ ਹੈ? ਸੋ ਇਹ ਪਾਰਟੀ ਦਾ ਭਗਵੰਤ ਮਾਨ ਨੇ ਵੀ ਜ਼ਿਕਰ ਕੀਤਾ ਸੀ, ਇਹਦਾ ਪੂਰਾ ਨਾਮ ਦੱਸਿਆ ਸੀ, ਕਾਫੀ ਟਫ ਇਹਦਾ ਨਾਮ ਹੈ। ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਜਾਂ ਫਿਰ ਕੇਰਲ। ਤਾਂ ਡੀਐਮਕੇ ਜਿਹੜੀ ਪਾਰਟੀ ਹੈ ਉਹ ਤਾਮਿਲਨਾਡੂ ਰਾਜ ਨਾਲ ਸੰਬੰਧਿਤ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅੱਗੇ ਚਿਪਕੋ ਅੰਦੋਲਨ ਤੋਂ ਕੀ ਭਾਵ ਹੈ? ਇਹ ਤੁਹਾਨੂੰ ਪੋਲਿਟੀ ਦੀ ਕਲਾਸ ਵਿੱਚ ਕਰਵਾਇਆ ਸੀਗਾ। ਦਰਖਤਾਂ ਨੂੰ ਅਤੇ ਜੰਗਲਾਂ ਦੀ ਸੁਰੱਖਿਆ ਲਈ ਇਹ ਅੰਦੋਲਨ ਚਲਾਇਆ ਗਿਆ ਸੀਗਾ। ਦਰਖਤ ਜ਼ਿਆਦਾ ਕੱਟੇ ਜਾਣ ਲੱਗ ਗਏ ਸੀਗੇ। ਲੋਕ ਦਰਖਤਾਂ ਨੂੰ ਬਚਾਉਣ ਲਈ ਜਿਹੜਾ ਦਰਖਤਾਂ ਨਾਲ ਚਿਪਕ ਜਾਂਦੇ ਸੀ, ਉਹਨਾਂ ਨੂੰ ਕੱਟਣ ਨਹੀਂ ਦਿੰਦੇ ਸੀ। ਤਾਂ ਇਹ ਦਰਖਤਾਂ ਅਤੇ ਜੰਗਲਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ ਚਿਪਕੋ ਅੰਦੋਲਨ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਹੈ ਜਿਹੜੀ ਪ੍ਰਚਲਿਤ ਹੈ? ਅਕੈਰੀ ਪਾਰਟੀ ਪ੍ਰਣਾਲੀ, ਦੋ ਪਾਰਟੀ ਪ੍ਰਣਾਲੀ, ਬਹੁ ਪਾਰਟੀ ਪ੍ਰਣਾਲੀ ਜਾਂ ਫਿਰ ਮਿਲਟਰੀ ਪ੍ਰਣਾਲੀ। ਤਾਂ ਆਪਣੇ ਭਾਰਤ ਦੇ ਵਿੱਚ ਜਿਹੜੀ ਬਹੁ ਪਾਰਟੀ ਪ੍ਰਣਾਲੀ ਹੈ ਜਿਹੜੀ ਪ੍ਰਚਲਿਤ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅੱਗੇ ਗਰੀਬੀ ਹਟਾਓ ਦਾ ਨਾਰਾ ਕਿਸ ਨੇ ਚੁੱਕਿਆ ਸੀ? ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਬਿਹਾਰ ਜਾਂ ਫਿਰ ਆਂਧਰਾ ਪ੍ਰਦੇਸ਼। ਸੋ ਦੋ ਵਿਅਕਤੀਆਂ ਦੇ ਨਾਮ ਪਾਏ ਨੇ, ਦੋ ਸਟੇਟਾਂ ਦੇ, ਕਨਫਿਊਜ਼ ਕਰਨ ਲਈ। ਤਾਂ ਗਰੀਬੀ ਹਟਾਓ ਦਾ ਨਾਰਾ ਇਹ ਕੁਐਸਚਨ ਤੁਹਾਨੂੰ ਕਰਵਾਇਆ ਗਿਆ ਸੀਗਾ, ਇੰਦਰਾ ਗਾਂਧੀ ਨੇ ਚੁੱਕਿਆ ਸੀਗਾ। ਸੋ ਪੋਲਿਟੀ ਦੀ ਕਲਾਸ ਵਿੱਚ ਇਹ ਕੁਐਸਚਨ ਕਰਵਾਏ ਹੋਏ ਆ ਤੁਹਾਨੂੰ। ਹਾਲੇ ਤੱਕ ਇੱਕ ਵੀ ਕੁਐਸਚਨ ਜਿਹੜਾ ਬਾਹਰੋਂ ਨਹੀਂ ਬਣਦਾ। ਸੋ ਸਾਰੇ ਜਾਣੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਜ਼ਰੂਰ ਕਰ ਲਿਓ, ਜੋ ਵੀ ਹੁਣ ਤੱਕ ਤੁਹਾਨੂੰ ਪੋਲਿਟੀ ਦੀਆਂ ਕਲਾਸਾਂ ਪ੍ਰੋਵਾਈਡ ਕਰੀਆਂ ਨੇ। ਸੋ ਉਹਨਾਂ ਵਿੱਚ ਇੱਕ ਵੀ ਕੁਐਸਚਨ ਜਿਹੜਾ ਬਾਹਰ ਨਹੀਂ ਆਇਆ। ਇੱਕ ਉਕਤੀ ਸੀ, ਆਇਆ ਰਾਮ ਗਿਆ ਰਾਮ ਨਾਲ ਕਿਹੜਾ ਰਾਜ ਜਿਹੜਾ ਸੰਬੰਧਿਤ ਹੈ? ਹਰਿਆਣਾ, ਪੰਜਾਬ, ਬਿਹਾਰ ਜਾਂ ਫਿਰ ਆਂਧਰਾ ਪ੍ਰਦੇਸ਼। ਤਾਂ ਆਇਆ ਰਾਮ ਗਿਆ ਰਾਮ ਦੀ ਉਕਤੀ ਨਾਲ ਜਿਹੜਾ ਹਰਿਆਣਾ ਸੰਬੰਧਿਤ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। 1977 ਵਿੱਚ ਕੇਂਦਰ ਦੇ ਵਿੱਚ ਕਿਹੜੀ ਪਾਰਟੀ ਨੇ ਜਿਹੜੀ ਸਰਕਾਰ ਬਣਾਈ ਸੀ? ਸੋ ਬਹੁਤ ਡੀਪਲੀ ਕੁਐਸਚਨ ਹੈ ਇਹ। ਜਨਸੰਘ ਨੇ, ਜਨਤਾ ਪਾਰਟੀ ਨੇ, ਲੋਕ ਦਲ ਨੇ ਜਾਂ ਸੁਤੰਤਰ ਪਾਰਟੀ ਨੇ। ਤਾਂ 1977 ਈਅਰ ਦੇ ਵਿੱਚ ਕੇਂਦਰ ਦੇ ਵਿੱਚ ਜਿਹੜੀ ਜਨਤਾ ਪਾਰਟੀ ਨੇ ਸਰਕਾਰ ਹੈ ਜਿਹੜੀ ਬਣਾਈ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਮੁੱਚੇ ਇਨਕਲਾਬ ਨਾਲ ਕੌਣ ਸੰਬੰਧਿਤ ਹੈ? ਜੈ ਪ੍ਰਕਾਸ਼ ਨਰਾਇਣ, ਵਿਨੋਬਾ ਭਾਵੇ, ਆਚਾਰੀਆ ਕ੍ਰਿਪਲਾਨੀ ਜਾਂ ਫਿਰ ਬਾਬਾ ਆਮਟੇ। ਤਾਂ ਸਮੁੱਚੇ ਇਨਕਲਾਬ ਨਾਲ ਜਿਹੜਾ ਸੰਬੰਧ ਸੀ ਉਹ ਜੈ ਪ੍ਰਕਾਸ਼ ਨਰਾਇਣ ਸੀਗੇ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਲੋਕ ਸਭਾ ਚੋਣਾਂ 2014 ਦੇ ਵਿੱਚ ਬੀਜੇਪੀ ਨੂੰ ਪ੍ਰਾਪਤ ਹੋਈਆਂ ਵੋਟਾਂ ਦੀ ਪ੍ਰਤੀਸ਼ਤ ਕਿੰਨੀ ਸੀ? 25.4, 23.7, 31.5 ਜਾਂ ਫਿਰ 35%। ਤਾਂ ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀ 2014 ਵਿੱਚ। ਤਾਂ ਇਸ ਨੂੰ ਬੀਜੇਪੀ ਨੂੰ ਜਿਹੜੀਆਂ ਪ੍ਰਾਪਤ ਵੋਟਾਂ ਦੀ ਪ੍ਰਤੀਸ਼ਤ ਸੀਗੀ ਉਹ ਸੀਗੀ 31.5। ਤਾਂ ਇੱਥੇ ਜ਼ਰੂਰੀ ਨਹੀਂ ਬੀਜੇਪੀ ਹੀ ਪੁੱਛਿਆ ਜਾਏਗਾ, ਕੋਈ ਹੋਰ ਪਾਰਟੀ ਵੀ ਪੁੱਛੀ ਜਾ ਸਕਦੀ ਹੈ। ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਜਿਹੜਾ ਕਦੋਂ ਕੀਤਾ ਗਿਆ ਸੀ? ਸੋ ਇਹਦਾ ਅੰਤਰ ਤੁਹਾਨੂੰ ਪਤਾ ਹੋਏਗਾ। 1955, 1960, 1966 ਜਾਂ 1971। ਤਾਂ ਪੰਜਾਬ ਦਾ ਪੁਨਰ ਸੰਗਠਨ ਸੀ ਜਿਹੜਾ 1966 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਕੀਤਾ ਗਿਆ ਸੀਗਾ, 1 ਨਵੰਬਰ 1966। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ।
ਅਗਲਾ ਪ੍ਰਸ਼ਨ ਸੀਗਾ ਆਨੰਦਪੁਰ ਸਾਹਿਬ ਮਤਾ ਜ਼ੋਰ ਦਿੰਦਾ ਕਿਸ ਤੇ ਦਿੰਦਾ ਹੈ? ਖਾਲਿਸਤਾਨ ਦੀ ਮੰਗ ਤੇ, ਰਾਜ ਨੂੰ ਜ਼ਿਆਦਾ ਸਵਾਧੀਨਤਾ ਤੇ, ਮਹਾਂ ਪੰਜਾਬ ਤੇ, ਜਾਂ ਪੰਜਾਬ ਵਿੱਚ ਨਸ਼ੇਬੰਦੀ ਤੇ। ਤਾਂ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਇਹ ਰਾਜ ਨੂੰ ਜ਼ਿਆਦਾ ਸਵਾਧੀਨਤਾ ਤੇ ਜ਼ੋਰ ਦਿੰਦਾ ਹੈ। ਆਨੰਦਪੁਰ ਸਾਹਿਬ ਦਾ ਮਤਾ, ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੰਤ ਹਰਚੰਦ ਸਿੰਘ ਲੌਂਗੋਵਾਲ ਕਿਸ ਪਾਰਟੀ ਦੇ ਨਾਲ ਸੰਬੰਧਿਤ ਸਨ? ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਅਕਾਲੀ ਦਲ ਈਡੀ ਨਾਲ, ਪੀਪਲਜ਼ ਪਾਰਟੀ ਆਫ ਪੰਜਾਬ ਨਾਲ, ਜਾਂ ਫਿਰ ਬੀਐਸਪੀ ਨਾਲ। ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਸੀਗੇ। ਭਗਵੰਤ ਮਾਨ ਦੀ ਜਿਨ੍ਹਾਂ ਨੇ ਸਪੀਚ ਸੁਣੀ ਹੈ ਤਾਂ ਭਗਵੰਤ ਮਾਨ ਉਹਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਵੇਲੇ ਦਾ ਜੋ ਅਕਾਲੀ ਦਲ ਸੀ ਉਹ ਹੁਣ ਨਹੀਂ ਹੈ। ਅਗਲਾ ਪ੍ਰਸ਼ਨ ਹੈ ਕਿਸ ਪਾਰਟੀ ਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ ਸੀ? ਕਾਂਗਰਸ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਬੀਐਸਪੀ ਨੇ, ਜਾਂ ਫਿਰ ਭਾਰਤੀ ਜਨਤਾ ਪਾਰਟੀ ਨੇ। ਤਾਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਰਨ ਵਾਲੀ ਜਿਹੜੀ ਪਾਰਟੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਹੁਣ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨਹੀਂ ਹੈ? ਬਹੁਜਨ ਸਮਾਜ ਪਾਰਟੀ, ਪੀਪਲਜ਼ ਪਾਰਟੀ ਆਫ ਪੰਜਾਬ, ਸ਼੍ਰੋਮਣੀ ਅਕਾਲੀ ਦਲ, ਜਾਂ ਭਾਰਤੀ ਜਨਤਾ ਪਾਰਟੀ। ਤਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਨਹੀਂ ਹੈ ਪੀਪੀਪੀ, ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਪਾਰਟੀ ਬਣਾਈ ਗਈ ਸੀ, ਪੀਪਲਜ਼ ਪਾਰਟੀ ਆਫ ਪੰਜਾਬ। ਸਟਾਰਟਿੰਗ ਦੇ ਵਿੱਚ ਭਗਵੰਤ ਮਾਨ ਵੀ ਮਨਪ੍ਰੀਤ ਸਿੰਘ ਬਾਦਲ ਨਾਲ ਸੀਗਾ ਉਸ ਸਮੇਂ, ਪਰ ਇਹ ਪਾਰਟੀ ਜਿੱਤੀ ਨਹੀਂ ਸੀ। ਇਸ ਤੋਂ ਬਾਅਦ ਇਹ ਪਾਰਟੀ ਜਿਹੜੀ ਖਤਮ ਹੋ ਗਈ ਸੀ। ਤਾਂ ਪੀਪਲਜ਼ ਆਫ ਪਾਰਟੀ ਪੰਜਾਬ ਜਿਹੜੀ ਹੁਣ ਪੰਜਾਬ ਦੇ ਵਿੱਚ ਪਾਰਟੀ ਨਹੀਂ ਹੈ। ਪੰਜਾਬ ਰਾਜਨੀਤੀ 'ਚ ਕਿਹੜੀ ਪਾਰਟੀ ਹੈ ਜਿਹੜੀ ਉਹ ਨਵੀਂ ਹੈ? ਸਮਾਜਵਾਦੀ ਪਾਰਟੀ, ਸ਼ਿਵ ਸੈਨਾ, ਆਮ ਆਦਮੀ ਪਾਰਟੀ, ਜਾਂ ਪੀਐਸਪੀ। ਤਾਂ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਹੈ। ਸੋ ਹੁਣ ਸਰਕਾਰ ਬਣ ਚੁੱਕੀ ਹੈ। ਉਸ ਟਾਈਮ ਇਹ ਕੁਐਸਚਨ ਆਇਆ ਸੀ, ਉਦੋਂ ਆਈ ਪਾਰਟੀ ਸੀ ਇਹ। ਤਾਂ ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੋ ਪਾਰਟੀਬਾਜ਼ੀ ਦੇ ਵੀ ਕੁਐਸਚਨ ਜਿਹੜੇ ਇਹਦੇ ਵਿੱਚ ਪੁੱਛੇ ਗਏ ਹੈ। ਸੋ ਅੱਗੇ ਆ ਗਿਆ ਸੁੱਚਾ ਸਿੰਘ ਛੋਟੇਪੁਰ ਕਿਸ ਪਾਰਟੀ ਨਾਲ ਸੰਬੰਧਿਤ ਹੈ? ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਆਮ ਆਦਮੀ ਪਾਰਟੀ ਨਾਲ, ਪਰ ਬਾਅਦ ਦੇ ਵਿੱਚ ਕਲੇਮ ਲਾ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀਗਾ। ਬਲਵੰਤ ਰਾਏ ਜੀ ਮਹਿਤਾ ਰਿਪੋਰਟ ਸੰਬੰਧਿਤ ਹੈ ਕਿਸ ਨਾਲ ਹੈ? ਸਰਵੋਦਿਆ ਕੰਮ ਨਾਲ, ਪੰਚਾਇਤੀ ਰਾਜ ਨਾਲ, ਚੋਣ ਪ੍ਰਣਾਲੀ ਨਾਲ, ਜਾਂ ਫਿਰ ਭ੍ਰਿਸ਼ਟਾਚਾਰ ਨਾਲ। ਤਾਂ ਬਲਵੰਤ ਰਾਏ ਜੀ ਮਹਿਤਾ ਜਿਹੜੀ ਰਿਪੋਰਟ ਹੈ ਉਹ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਹੜੀ ਧਾਰਨਾ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈ? ਸੰਘਵਾਦ, ਸਮਾਜਵਾਦ, ਪੂੰਜੀਵਾਦ, ਜਾਂ ਅਮਾਨਤਦਾਰੀ। ਤਾਂ ਮਹਾਤਮਾ ਗਾਂਧੀ ਨਾਲ ਸੰਬੰਧਿਤ ਧਾਰਨਾ ਕਿਹੜੀ ਸੀ? ਅਮਾਨਤਦਾਰੀ। ਆਪਸ਼ਨ ਸੱਸਾ। ਉਦਾਰਵਾਦ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੀ ਸਥਿਤੀ ਕੀ ਹੈ? ਖੁਦਗਰਜ਼ ਹਸਤੀ ਦੀ, ਆਜ਼ਾਦ ਵਿਅਕਤੀ ਦੀ, ਵਿਵੇਕਸ਼ੀਲ ਨਾਗਰਿਕ ਦੀ, ਅੰਧ ਵਿਸ਼ਵਾਸੀ ਵਿਅਕਤੀ ਦੀ। ਤਾਂ ਉਦਾਰਵਾਦ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੀ ਜਿਹੜੀ ਸਥਿਤੀ ਹੈ ਉਹ ਵਿਵੇਕਸ਼ੀਲ ਨਾਗਰਿਕ ਦੀ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਵਰਗ ਸੰਘਰਸ਼ ਦੀ ਧਾਰਨਾ ਸੰਬੰਧਿਤ ਹੈ ਕਿਸ ਨਾਲ ਸੰਬੰਧਿਤ ਹੈ? ਐਡਮ ਸਮਿਥ ਨਾਲ, ਕਾਰਲ ਮਾਰਕਸ ਨਾਲ, ਜੇਮਸ ਮਿਲ ਨਾਲ, ਜਾਂ JV ਸ਼ਾਹ ਨਾਲ। ਤਾਂ ਵਰਗ ਸੰਘਰਸ਼ ਦੀ ਜਿਹੜੀ ਧਾਰਨਾ ਹੈ ਉਹ ਕਾਰਲ ਮਾਰਕਸ ਨਾਲ ਸੰਬੰਧਿਤ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੋ ਬਿਲਕੁਲ ਸੌਖੇ ਪ੍ਰਸ਼ਨ ਜਿਹੜੇ ਪੁੱਛੇ ਗਏ ਆ, ਇੰਨਾ ਟਫ ਐਗਜ਼ਾਮ ਜਿਹੜਾ ਨਹੀਂ ਆਇਆ ਅਤੇ ਨਾ ਹੀ ਆਵੇਗਾ। ਵਿਗਿਆਨਕ ਸਮਾਜਵਾਦ ਤੇ ਕਿਸ ਨੇ ਧਿਆਨ ਕੇਂਦਰਿਤ ਕੀਤਾ ਸੀ? ਪ੍ਰੌਦੋਨ ਨੇ, ਸੰਤ ਸਾਈਮਨ ਨੇ, ਕਾਰਲ ਮਾਰਕਸ ਨੇ, ਜਾਂ ਫਿਰ ਹੇਜ਼ਲ ਨੇ। ਤਾਂ ਵਿਗਿਆਨਕ ਸਮਾਜਵਾਦ ਤੇ ਧਿਆਨ ਕੇਂਦਰਿਤ ਕਰਨ ਵਾਲੇ ਸੀ ਜਿਹੜੇ ਉਹ ਕਾਰਲ ਮਾਰਕਸ ਸੀਗੇ। ਆਪਸ਼ਨ ਈਡੀ। ਕਾਰਲ ਮਾਰਕਸ ਦਾ ਕਰੀਬੀ ਸਹਿਯੋਗੀ ਕੌਣ ਸੀ? F. ਐਂਜਲਸ ਹੋਟਸਕੀ, ਚਾਰਲਸ ਡਾਰਵਿਨ, ਜਾਂ ਅਲਫਰਡ ਮਾਰਸ਼ਲ। ਤਾਂ ਕਾਰਲ ਮਾਰਕਸ ਦਾ ਜਿਹੜਾ ਕਰੀਬੀ ਸਹਿਯੋਗੀ ਸੀ ਉਹ F. ਐਂਜਲਸ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਹਿੰਦੂ ਸਵਰਾਜ ਦਾ ਲੇਖਕ ਕੌਣ ਸੀ? ਰਵਿੰਦਰਨਾਥ ਟੈਗੋਰ, ਲਾਜਪਤ ਰਾਏ, ਅਰਬਿੰਦੋ ਘੋਸ਼, ਜਾਂ M.K. ਗਾਂਧੀ। ਤਾਂ ਹਿੰਦੂ ਸਵਰਾਜ ਦੇ ਲੇਖਕ ਸੀ ਜਿਹੜੇ ਉਹ M.K. ਗਾਂਧੀ ਸੀ, ਯਾਨੀ ਕਿ ਮਹਾਤਮਾ ਗਾਂਧੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਸੋ ਬਿਲਕੁਲ ਸੌਖੇ ਪ੍ਰਸ਼ਨ ਆਏ ਹੋਏ, ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਇੱਦਾਂ ਦੀ ਐਗਜ਼ਾਮ ਹੋਏਗਾ। ਸਰਵੋਦਿਆ ਨੇਤਾ ਦੀ ਪਛਾਣ ਕਰੋ। ਸਰਵੋਦਿਆ ਨੇਤਾ ਕਿਹੜਾ ਸੀਗਾ? ਤਾਂ ਉਹ ਸੀਗਾ ਜੀ ਵਿਨੋਬਾ ਭਾਵੇ। ਆਪਸ਼ਨ ਆੜਾ। ਮਹਾਤਮਾ ਗਾਂਧੀ ਨੇ ਆਪਣੇ ਵਿਚਾਰ ਕਿਸ ਤੋਂ ਲਏ ਸਨ?
ਤਾਂ ਇਹਨਾਂ ਸਾਰਿਆਂ ਤੋਂ ਲਏ ਸੀ, ਥੋਰੇ ਤੋਂ, ਐਮਰਸਨ ਤੋਂ ਅਤੇ ਟਾਲਸਟਾਏ ਤੋਂ। ਸੋ ਧਿਆਨ ਰੱਖਿਓ, ਕਈ ਵਾਰ ਤਿੰਨਾਂ 'ਚੋਂ ਇੱਕ ਨਾਮ ਪਾ ਦਿੱਤਾ ਜਾਂਦਾ ਹੈ ਆਪਸ਼ਨ ਦੇ ਵਿੱਚ, 3 ਗਲਤ ਪਾ ਦੇਣਗੇ, 1 ਸਹੀ ਪਾ ਦੇਣਗੇ। ਅਗਰ ਇਸੇ ਤਰ੍ਹਾਂ ਬਣਿਆ ਬਣਾਇਆ ਆ ਗਿਆ ਤਾਂ ਸਾਰੇ ਆਏਗਾ, ਨਹੀਂ 3 ਨਾਮ ਜ਼ਰੂਰ ਯਾਦ ਕਰ ਲਿਓ। ਭਾਰਤੀ ਸੰਸਦ ਵਿੱਚ ਕਿਹੜਾ ਸਦਨ ਜਿਹੜਾ ਉੱਪਰਲਾ ਸਦਨ ਕਹਾਉਂਦਾ ਹੈ? ਲੋਕ ਸਭਾ, ਰਾਜ ਸਭਾ, ਗ੍ਰਾਮ ਸਭਾ ਜਾਂ ਊੜਾ ਤੇ ਆੜਾ ਦੋਨੋਂ? ਤਾਂ ਭਾਰਤੀ ਸੰਸਦ ਦੇ ਵਿੱਚ ਉੱਪਰਲਾ ਸਦਨ ਹੁੰਦਾ ਜਿਹੜਾ ਉਹ ਰਾਜ ਸਭਾ ਹੁੰਦਾ ਹੈ, ਹੇਠਲਾ ਸਦਨ ਲੋਕ ਸਭਾ, ਉੱਪਰਲਾ ਸਦਨ ਰਾਜ ਸਭਾ। ਤਾਂ ਉਸ ਸਮੇਂ ਕੁਐਸਚਨ ਪੁੱਛਿਆ ਗਿਆ ਸੀ ਭਾਰਤ ਦਾ ਰਾਸ਼ਟਰਪਤੀ ਕੌਣ ਹੈ? ਪ੍ਰਣਬ ਮੁਖਰਜੀ, ਪ੍ਰਤਿਭਾ ਪਾਟਿਲ, ਹਾਮਿਦ ਅੰਸਾਰੀ ਜਾਂ ਰਾਮਨਾਥ ਕੋਵਿੰਦ? ਤਾਂ ਉਸ ਸਮੇਂ ਭਾਰਤ ਦੇ ਜਿਹੜੇ ਰਾਸ਼ਟਰਪਤੀ ਸੀ ਰਾਮਨਾਥ ਕੋਵਿੰਦ ਸੀਗੇ। ਅਗਲਾ ਪ੍ਰਸ਼ਨ ਹੈ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਉਲੇਖ, ਪਹਿਲੇ ਰਾਸ਼ਟਰਪਤੀ ਕੌਣ ਸੀਗੇ? ਤੇ ਕੁਐਸਚਨ ਵੀ ਤੁਹਾਨੂੰ ਕਰਵਾਇਆ ਹੈ। ਤਾਂ ਡਾਕਟਰ ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਸੀਗੇ। ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ ਕੀ ਹੈ? 3 ਸਾਲ, 5 ਸਾਲ, 6 ਸਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ ਹੈ ਜਿਹੜਾ ਉਹ 5 ਸਾਲ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸੋ ਸਾਰੇ ਕੁਐਸਚਨ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਵਾਏ ਹੋਏ ਨੇ। ਪਲੇਲਿਸਟ ਵਿੱਚ ਜਾ ਕੇ ਜੋ ਵੀ ਹੁਣ ਤੱਕ ਪੋਲਿਟੀ ਅਤੇ ਹਿਸਟਰੀ ਦੇ ਭਾਗ ਤੁਹਾਨੂੰ ਪ੍ਰੋਵਾਈਡ ਕਰਾਏ ਨੇ ਜ਼ਰੂਰ ਰੀਡ ਕਰ ਲਿਓ। ਸਾਰੇ ਕੁਐਸਚਨ ਤੁਹਾਨੂੰ ਆਪਣੇ ਆਪ ਇਹਦੇ ਵਿੱਚੋਂ ਕਵਰ ਹੈ ਜਿਹੜੇ ਹੋ ਜਾਣਗੇ। 38ਵਾਂ ਪ੍ਰਸ਼ਨ ਸੀ ਭਾਰਤ ਦਾ ਕਿਹੜਾ ਆਰਟੀਕਲ ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਨਾਲ ਸੰਬੰਧਿਤ ਹੈ? ਇਹ ਵੀ ਤੁਹਾਨੂੰ ਕਰਵਾਇਆ ਸੀ, ਕਿਹੜੇ ਆਰਟੀਕਲ ਰਾਹੀਂ ਰਾਸ਼ਟਰਪਤੀ ਦੇ ਮਹਾਦੋਸ਼ ਜਿਹੜਾ ਮੁਕੱਦਮਾ ਚਲਾਇਆ ਜਾ ਸਕਦਾ ਹੈ? ਤਾਂ ਆਰਟੀਕਲ 61, ਆਪਸ਼ਨ ਈ ਡੀ। ਭਾਰਤ ਦਾ ਰਾਸ਼ਟਰਪਤੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਆਪਾਤਕਾਲੀਨ ਸ਼ਕਤੀਆਂ ਦਾ ਪ੍ਰਯੋਗ ਹੈ ਜਿਹੜਾ ਕਰ ਸਕਦਾ ਹੈ? ਤੇ ਰਾਈਟ ਆਨਸਰ ਆਏਗਾ ਇਹ ਤਿੰਨੋਂ, ਆਰਟੀਕਲ 352, 356, 360। ਸੋ ਤਿੰਨੇ ਆਰਟੀਕਲ ਇਹ ਆਪਾਤਕਾਲੀਨ ਨਾਲ ਸੰਬੰਧਿਤ ਨੇ। ਤਾਂ ਇਹਦੇ ਵਿੱਚ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ ਸੀ, ਯਾਨੀ ਕਿ ਸੰਸਦ ਦੇ ਵਿੱਚ ਜਿਹੜਾ ਨਹੀਂ ਗਿਆ ਸੀ? ਤਾਂ ਇਹ ਸੀਗਾ ਜੀ ਚੌਧਰੀ ਚਰਨ ਸਿੰਘ, ਆਪਸ਼ਨ ਊੜਾ। 2002-04 ਦੇ ਦੌਰਾਨ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਸੀ? ਹਾਲਾਂਕਿ ਬਾਅਦ ਵਿੱਚ ਇਹ ਪਦ ਜਿਹੜਾ ਖਤਮ ਕਰ ਦਿੱਤਾ ਗਿਆ। 2002 ਤੇ 2004 ਦੇ ਵਿੱਚ ਪੁੱਛਿਆ ਗਿਆ। ਤਾਂ ਉਸ ਸਮੇਂ ਸੀਗੇ LK ਅਡਵਾਨੀ ਜੋ ਉਪ ਪ੍ਰਧਾਨ ਮੰਤਰੀ ਸੀਗੇ। ਪੰਜਾਬ ਦਾ ਗਵਰਨਰ ਕੌਣ ਹੈ? ਤਾਂ ਜਦੋਂ ਐਗਜ਼ਾਮ ਆਇਆ ਸੀਗਾ ਤਾਂ ਉਦੋਂ VP ਸਿੰਘ ਬਦਨੌਰ ਸੀ। ਤਾਂ ਹੁਣ ਪ੍ਰੈਜ਼ੀਡੈਂਟ ਨੇ ਜਿਹੜੇ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਗਵਰਨਰ। ਓਲਡ ਵੀ ਪੁੱਛਿਆ ਜਾ ਸਕਦਾ ਹੈ, ਪ੍ਰੈਜ਼ੈਂਟ ਵੀ ਪੁੱਛਿਆ ਜਾ ਸਕਦਾ ਹੈ। ਅੱਗੇ ਪੰਜਾਬ ਤੋਂ ਸੰਸਦ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਹੁਣ ਆਪਣੇ ਪੰਜਾਬ ਦੇ ਵਿੱਚ ਕਿੰਨਾ ਜਿਹੜਾ ਰੌਲਾ ਪੈ ਰਿਹਾ ਹੈ? 7, 13, 15 ਜਾਂ ਫਿਰ 17? ਤਾਂ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਜਿਹੜੀ ਉਹ 13 ਹੈ, ਆਪਸ਼ਨ ਆੜਾ। ਪੰਜਾਬ ਵਿਧਾਨ ਸਦਨ ਜਿਹੜਾ ਮੌਜੂਦ ਨਹੀਂ ਹੈ, ਪੰਜਾਬ ਵਿੱਚ ਕਿਹੜਾ ਸਦਨ ਜਿਹੜਾ ਮੌਜੂਦ ਨਹੀਂ ਹੈ? ਤਾਂ ਤੁਹਾਨੂੰ ਕੁਐਸਚਨ ਕਰਵਾਇਆ ਹੈ ਵਿਧਾਨ ਪਰਿਸ਼ਦ, ਵਿਧਾਨ ਸਭਾ ਸਦਨ ਜਿਹੜਾ ਮੌਜੂਦ ਹੈ। ਕਈ ਵਾਰ ਇਹ ਵੀ ਪੁੱਛ ਲੈਂਦਾ ਕਿਹੜਾ ਪੰਜਾਬ ਦੇ ਵਿੱਚ ਸਦਨ ਜਿਹੜਾ ਮੌਜੂਦ ਹੈ? ਤਾਂ ਵਿਧਾਨ ਸਭਾ ਮੌਜੂਦ ਹੈ। ਵਿਧਾਨ ਪਰਿਸ਼ਦ ਜਿਹੜੀ ਇਹ ਖਤਮ ਕਰਤੀ ਗਈ ਸੀ, ਪਹਿਲਾਂ ਸੀ ਇਹ। ਤਾਂ ਆਪਸ਼ਨ ਈ ਜਿਹੜਾ ਮੌਜੂਦ ਨਹੀਂ ਹੈ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕਿੰਨੇ ਰਾਜ ਨੇ? 28, 30, 31 ਜਾਂ ਫਿਰ 32? ਤਾਂ ਓਲਡ ਕੁਐਸਚਨ ਹੈ, ਉਸ ਸਮੇਂ 28 ਰਾਜ ਸੀਗੇ, ਬਾਅਦ ਦੇ ਵਿੱਚ ਇਹ ਹੋਰ ਐਡ ਇਹਦੇ ਵਿੱਚ ਜਿਹੜੇ ਕੀਤੇ ਗਏ ਸੀ ਰਾਜ। ਭਾਰਤੀ ਸੰਵਿਧਾਨ ਵਿੱਚ ਭਾਗ 2 ਅਧੀਨ ਆਰਟੀਕਲ 5 ਤੋਂ 11 ਕਿਸ ਨਾਲ ਸੰਬੰਧਿਤ ਹੈ, ਜਾਂ ਆਰਟੀਕਲ 5 ਤੋਂ 11 ਦੇ ਵਿੱਚ ਕੀ ਹੈ? ਤਾਂ ਇਹ ਸੰਬੰਧਿਤ ਹੈ ਜੀ ਨਾਗਰਿਕਤਾ ਨਾਲ। 5 ਤੋਂ 11 ਭਾਗ 2 ਅਧੀਨ ਆਰਟੀਕਲ ਆਉਂਦਾ 5 ਤੋਂ 11, ਇਹ ਨਾਗਰਿਕਤਾ ਨਾਲ ਸੰਬੰਧਿਤ ਹੈ। ਆਪਸ਼ਨ ਈ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ 2003 ਵਿੱਚ ਭਾਰਤੀ ਸੰਵਿਧਾਨ ਵਿੱਚ ਕਿਹੜੀ ਸ਼ਰਤ ਹੈ ਜਿਹੜੀ ਲਿਆਂਦੀ ਗਈ ਸੀ? ਤਾਂ ਇਹ ਸ਼ਰਤ ਲਿਆਂਦੀ ਗਈ ਸੀ ਭਾਰਤ ਦੇ ਵਿਦੇਸ਼ੀ ਨਾਗਰਿਕ ਅਸਹਿਯੋਗ ਅੰਦੋਲਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਕਰੋ ਜਿਨ੍ਹਾਂ ਨੇ ਅਸਹਿਯੋਗ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀ। ਤਾਂ ਇਹ ਸਾਰੇ ਸੀ ਕਿ ਤਿੰਨੋਂ ਵਿਅਕਤੀ ਸੀ, ਜੋਸਫ ਟੀਟੋ, ਜਵਾਹਰ ਲਾਲ ਨਹਿਰੂ, ਏ ਨਾਸਰ। ਸੋ ਕਈ ਵਾਰ ਇੱਕ ਨਾਮ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ।
सो तिन्ने जरूर याद कर लिओ। पंचशील ਦਾ ਵਿਚਾਰ ਜਿਹੜਾ ਉਤਪੰਨ ਹੋਇਆ ਸੀ, ਪੰਚਸ਼ੀਲ ਸਮਝੌਤਾ ਪੜ੍ਹਿਆ ਹੋਣਾ ਤੁਸੀਂ ਨੇ, ਇਹ ਕਿੱਥੋਂ ਹੋਇਆ ਸੀਗਾ? ਤਾਂ ਇਹ ਹੋਇਆ ਸੀਗਾ ਜੀ ਭਾਰਤ ਤੋਂ। ਪੰਚਸ਼ੀਲ ਦਾ ਵਿਚਾਰ ਜਿਹੜਾ ਉਤਪੰਨ ਹੋਇਆ ਸੀ ਭਾਰਤ ਤੋਂ ਹੋਇਆ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪੰਚਸ਼ੀਲ ਦੇ ਆਧਾਰ ਤੇ ਜਵਾਹਰ ਲਾਲ ਨਹਿਰੂ ਨੇ 1954 ਦੇ ਵਿੱਚ ਕਿਸ ਨਾਲ ਸੰਧੀ ਹਸਤਾਖਰ ਸੀ ਜਿਹੜੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਛਾਊ ਇਨ ਲਾਈ। ਜਵਾਹਰ ਲਾਲ ਨਹਿਰੂ ਨੇ ਪੰਚਸ਼ੀਲ ਦੇ ਆਧਾਰ ਤੇ 1954 ਦੇ ਵਿੱਚ ਛਾਊ ਇਨ ਲਾਈ ਦੇ ਨਾਲ ਹਸਤਾਖਰ ਜਿਹੜੀ ਸੰਧੀ ਕੀਤੀ ਸੀ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅਸਹਿਯੋਗ ਲਹਿਰ ਕਾਇਮ ਹੋਈ ਸੀ, ਕਿਸ ਲਈ ਕਾਇਮ ਹੋਈ ਸੀ? ਇਹ ਤਿੰਨਾਂ ਲਈ ਹੋਈ ਸੀ, ਸ਼ਾਂਤ ਆਪਸੀ ਹੋਂਦ ਲਈ, ਨਿਸ਼ਸਤਰੀਕਰਨ ਲਈ ਅਤੇ ਗੈਰ ਬਸਤੀਵਾਦ ਲਈ। ਤੇ ਇਹਦੇ ਵਿੱਚ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅੱਗੇ ਪੁੱਛਿਆ ਗਿਆ ਸੀਗਾ ਨਾਗਰਿਕਤਾ ਤੋਂ ਕੀ ਭਾਵ ਹੈ? ਤੇ ਇਹਦਾ ਆਨਸਰ ਆਏਗਾ ਆੜਾ ਤੇ ਈੜੀ, ਯਾਨੀ ਕਿ ਸਮਾਜ ਦੀ ਮੈਂਬਰਸ਼ਿਪ ਦੀ ਸਮਾਜਿਕ ਸ਼ਨਾਖਤ ਅਤੇ ਰਾਜ ਦੀ ਮੈਂਬਰਸ਼ਿਪ। ਤਾਂ ਇਹ ਨਾਗਰਿਕਤਾ ਤੋਂ ਭਾਵ ਸੀਗਾ। ਰਾਜ ਸਭਾ ਦਾ ਪ੍ਰਧਾਨ ਕੌਣ ਹੈ? ਤਾਂ ਉਹ ਆਏਗਾ ਜੀ ਭਾਰਤ ਦਾ ਉਪ ਰਾਸ਼ਟਰਪਤੀ। ਆਪਸ਼ਨ ਊੜਾ। ਅੱਗੇ ਪੁੱਛਿਆ ਗਿਆ ਸੀਗਾ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ। ਪਹਿਲੇ ਉਪ ਰਾਸ਼ਟਰਪਤੀ ਕੌਣ ਸੀਗੇ? ਪੰਜਾਬ ਟੈਟ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀਗਾ। ਐਸ ਰਾਧਾ ਕ੍ਰਿਸ਼ਨਨ ਜੋ ਪਹਿਲੇ ਉਪ ਰਾਸ਼ਟਰਪਤੀ ਸੀ ਭਾਰਤ ਦੇ। ਭਾਰਤ ਦੇ ਵਿੱਚ ਸਰਕਾਰ ਦਾ ਰੂਪ ਕੀ ਹੈ? ਤਾਂ ਸੰਸਦੀ ਹੈ। ਆਪਸ਼ਨ ਆੜਾ। ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਅਤੇ ਸੰਗਠਨ ਨਾਲ ਕਿਹੜਾ ਆਰਟੀਕਲ ਹੈ ਜਿਹੜਾ ਸੰਬੰਧਿਤ ਹੈ? ਤਾਂ ਇਹ ਹੈ ਜੀ ਆਰਟੀਕਲ 124 ਜੋ ਸਰਵਉੱਚ ਦੀ ਅਦਾਲਤ ਦੀ ਸਥਾਪਨਾ ਅਤੇ ਸੰਗਠਨ ਨਾਲ ਸੰਬੰਧ ਰੱਖਦਾ ਹੈ। ਆਰਟੀਕਲ 124। ਅੱਗੇ ਪੁੱਛਿਆ ਗਿਆ ਸੀਗਾ ਭਾਰਤ ਦੀ ਜਿਹੜੀ ਸਰਵਉੱਚ ਅਦਾਲਤ ਹੈ ਉਹ ਕਿੱਥੇ ਸਥਿਤ ਹੈ? ਦਿੱਲੀ, ਕਲਕੱਤਾ, ਮੁੰਬਈ ਜਾਂ ਫਿਰ ਚੇਨਈ ਦੇ ਵਿੱਚ? ਤਾਂ ਇਹ ਸਥਿਤ ਹੈ ਜੀ ਦਿੱਲੀ ਦੇ ਵਿੱਚ। ਭਾਰਤੀ ਸਰਵਉੱਚ ਅਦਾਲਤ ਦਾ ਚੀਫ ਜਸਟਿਸ ਕੌਣ ਕੌਣ ਨਹੀਂ ਸੀ? ਤਾਂ ਉਹ ਸੀਗਾ MC ਸੀਤਲਵਾੜ। ਤਾਂ ਅਗਲਾ ਕੁਐਸਚਨ ਜੀ, ਪੰਜਾਬ ਵਿਧਾਨ ਪਰਿਸ਼ਦ ਇਸ ਤੋਂ ਬਾਅਦ ਖਤਮ ਹੋ ਗਈ ਸੀ, ਕਿਹੜੇ ਈਅਰ ਤੋਂ ਬਾਅਦ ਖਤਮ ਹੋ ਗਈ ਸੀ? 7 ਜਨਵਰੀ 1970। ਕੱਲੀ ਵਿਧਾਨ ਸਭਾ ਰਹੀ ਸੀ। ਪੰਜਾਬ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਕਿੰਨੀ ਹੈ? ਤੁਹਾਨੂੰ ਪਤਾ ਹੋਏਗਾ 17 ਲੋਕ ਸਭਾ ਦੀਆਂ, 13 ਰਾਜ ਸਭਾ ਦੀਆਂ, 7। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਨਿਰਪੱਖ ਚੇਤਨਤਾ ਦਾ ਸਵਾਗਤ ਹੈ ਜਿਹੜਾ ਕਿਸ ਨੇ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਆੜਾ ਤੇ ਈੜੀ ਦੋਵਾਂ ਨੇ। ਇੱਕ ਵਕੀਲ ਅਤੇ ਪਬਲਿਕ ਦੋਨਾਂ ਨੇ ਸਵਾਗਤ ਕੀਤਾ ਸੀਗਾ। ਭਾਰਤੀ ਸੰਵਿਧਾਨ ਵਿੱਚ 1976 ਵਿੱਚ ਕਿਹੜੀ ਸੋਧ ਐਕਟ ਨੇ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕੀਤਾ? ਤਾਂ ਕੀਤਾ ਸੀ 42ਵੇਂ ਸੋਧ ਐਕਟ ਨੇ। UNO ਕਦੋਂ ਹੋਂਦ ਵਿੱਚ ਆਇਆ ਸੀ? ਤਾਂ ਇਹ ਸੀਗਾ ਜੀ 24 ਅਕਤੂਬਰ 1945 ਨੂੰ। UNO ਦੇ ਪਹਿਲੇ ਸੈਕਟਰੀ ਜਨਰਲ ਦਾ ਨਾਮ ਕੀ ਸੀ? ਤਾਂ ਉਹ ਸੀਗਾ ਜੀ ਟਰਾਈਗਬਲੀ ਜੋ ਪਹਿਲੇ ਸੈਕਟਰੀ ਜਨਰਲ ਸੀਗੇ UNO ਦੇ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਇਹ ਹੈ ਜੀ ਹੇਗ ਵਿਖੇ। ਯੂਨੈਸਕੋ ਦਾ ਮੁੱਖ ਦਫ਼ਤਰ? ਤਾਂ ਇਹ ਹੈ ਜੀ ਪੈਰਿਸ ਵਿਖੇ। ਕਿਹੜਾ ਦੇਸ਼ ਹੈ ਜਿਹੜਾ UNO ਦੀ ਸੁਰੱਖਿਆ ਸਭਾ ਦਾ ਸਥਾਈ ਮੈਂਬਰ ਨਹੀਂ ਹੈ? ਉਹ ਹੈ ਜੀ ਕੈਨੇਡਾ, ਜਿਹਨੂੰ ਮਿੰਨੀ ਪੰਜਾਬ ਕਹਿੰਦੇ ਨੇ, ਜਿੱਥੇ ਆਪਣਾ ਸਾਰਾ ਪੰਜਾਬ ਦੜਾ ਦੜ ਜਾ ਰਿਹਾ, ਜਹਾਜ਼ਾਂ ਨੇ ਜਹਾਜ਼ ਭਰ ਕੇ ਜਾ ਰਹੇ ਨੇ। ਤਾਂ ਕੈਨੇਡਾ ਜਿਹੜਾ UNO ਦੀ ਸੁਰੱਖਿਆ ਸਭਾ ਦਾ ਸਥਾਈ ਮੈਂਬਰ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਸਾਮਵਾਦੀ ਚੀਨ ਨੂੰ UNO ਵਿੱਚੋਂ ਵੀਟੋ ਪਾਵਰ ਜਿਹੜੀ ਕਦੋਂ ਮਿਲੀ ਸੀ? 1971 ਦੇ ਵਿੱਚ। UNO ਦਾ ਸੈਕਟਰੀ ਜਨਰਲ ਕੌਣ ਹੈ? ਤਾਂ ਉਹ ਹੈ ਜੀ ਐਂਟੀਨੋ ਗੁਟਰਸ। ਆਪਸ਼ਨ ਊੜਾ।
ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ ਨੇ? ਤਾਂ ਉਪਰੋਕਤ ਸਾਰੇ ਨੇ, ਜਿਹਦੇ ਵਿੱਚ ਇੱਕਵਾਦੀ ਸੰਘਵਾਦ ਆ ਗਿਆ, ਸਹਿਕਾਰੀ ਸੰਘਵਾਦ ਆ ਗਿਆ ਅਤੇ ਸੌਦੇਬਾਜ਼ੀ ਸੰਘਵਾਦ ਆ ਗਿਆ। ਤਿੰਨਾਂ ਚੋਂ ਕੋਈ ਇੱਕ ਨਾਮ ਵੀ ਪੁੱਛਿਆ ਜਾ ਸਕਦਾ ਹੈ, ਇਹ ਧਿਆਨ 'ਚ ਰੱਖਿਓ। ਸਰਕਾਰੀਆ ਕਮਿਸ਼ਨ ਜਾਣਿਆ ਜਾਂਦਾ ਹੈ ਕਿਸ ਲਈ ਜਾਣਿਆ ਜਾਂਦਾ ਹੈ? ਕੇਂਦਰ ਰਾਜ ਸੰਬੰਧਾਂ ਲਈ, ਭਾਸ਼ਾ ਨੀਤੀ ਲਈ, ਵਿੱਤੀ ਚੱਕਬੰਦੀ ਲਈ ਜਾਂ ਪਾਣੀ ਝਗੜਿਆਂ ਲਈ। ਤਾਂ ਸਰਕਾਰੀਆ ਕਮਿਸ਼ਨ ਹੈ ਜਿਹੜਾ ਕੇਂਦਰ ਰਾਜ ਸੰਬੰਧਾਂ ਲਈ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਚੋਣ ਆਯੋਗ ਕਦੋਂ ਸਥਾਪਿਤ ਹੋਇਆ ਸੀ? ਤਾਂ ਇਹ ਹੋਇਆ ਸੀਗਾ ਜੀ 25 ਜਨਵਰੀ 1950 ਨੂੰ। ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਮੈਂਬਰੀ ਸੰਸਥਾ ਬਣੀ ਸੀ? 1 ਅਕਤੂਬਰ 1993 ਨੂੰ। ਤਾਂ ਸਥਾਪਿਤ ਹੁੰਦਾ ਹੈ 25 ਜਨਵਰੀ 1950 ਨੂੰ ਅਤੇ ਇੱਕ ਬਹੁ ਮੈਂਬਰੀ ਸੰਸਥਾ ਬਣਦੀ ਹੈ 1 ਅਕਤੂਬਰ 1993 ਨੂੰ। ਅਗਲਾ ਪ੍ਰਸ਼ਨ ਹੈ, ਸਾਬਕਾ ਮੁੱਖ ਚੋਣ ਕਮਿਸ਼ਨਰ ਦੀ ਪਹਿਚਾਣ ਕਰੋ। ਕੌਣ ਸੀਗਾ? ਤਾਂ MS ਗਿੱਲ, ਜੋ ਸਾਬਕਾ ਮੁੱਖ ਚੋਣ ਕਮਿਸ਼ਨਰ ਸੀ। ਨੋਟਾ ਤੋਂ ਕੀ ਭਾਵ ਹੈ? ਤਾਂ ਉਹ ਹੈ ਜੀ ਨਨ ਆਫ ਦੀ ਅਬਵ। ਜਿਹਨੂੰ ਨੋਟਾ ਕਹਿੰਦੇ ਆ, ਵੋਟਿੰਗ ਮਸ਼ੀਨ ਦੇ ਸਭ ਤੋਂ ਨਿਚਲਾ ਬਟਨ ਹੁੰਦਾ ਹੈ ਕਿ ਸਾਨੂੰ ਕੋਈ ਵੀ ਪਸੰਦ ਨਹੀਂ ਹੈ ਤਾਂ ਆਪਾਂ ਉਹ ਬਟਨ ਜਿਹੜਾ ਦੱਬ ਸਕਦੇ ਹਾਂ। ਸੋ ਇਹ 60 ਮਾਸਟਰ ਕੇਡਰ ਦੇ ਵਿੱਚ SST ਦੇ ਪੋਲਿਟੀ ਦੇ ਕੁਐਸਚਨ ਆਏ ਹੋਏ ਸੀਗੇ। ਸਾਰੇ ਕੁਐਸਚਨ ਤੁਹਾਨੂੰ ਜੋ ਵੀ ਹੁਣ ਤੱਕ ਅਸੀਂ ਕਲਾਸਾਂ ਪ੍ਰੋਵਾਈਡ ਕਰੀਆਂ ਨੇ ਉਹਦੇ ਵਿੱਚ ਪ੍ਰੋਵਾਈਡ ਕੀਤੇ ਹੋਏ ਆ। ਇੱਕ ਵੀ ਕੁਐਸਚਨ ਜਿਹੜਾ ਬਾਹਰੋਂ ਨਹੀਂ ਆਇਆ। ਜੋ ਵੀ ਵੀਡੀਓ ਤੁਹਾਨੂੰ ਪ੍ਰੋਵਾਈਡ ਕੀਤੀਆਂ ਨੇ ਉਸੇ ਨੋਟਸਾਂ ਦੀ PDF ਬਣਾਈ ਹੋਈ ਹੈ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਨੇ, ਉੱਥੋਂ ਜਾ ਕੇ ਜ਼ਰੂਰ ਰੀਡ ਕਰ ਲਿਓ, ਕਾਫੀ ਤੁਹਾਨੂੰ ਹੈਲਪ ਮਿਲੇਗੀ। ਐਗਜ਼ਾਮ ਦੇਣ ਜਾਓਗੇ ਤਾਂ ਕਾਫੀ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲ ਜਾਣਗੇ। ਬਿਲਕੁਲ ਸੌਖਾ ਪੇਪਰ ਆਏਗਾ। ਨੋਰਮਲੀ ਕੁਐਸਚਨ ਪੁੱਛੇ ਜਾਣਗੇ, ਜ਼ਿਆਦਾ ਡੀਪਲੀ ਨਹੀਂ ਹੈ, ਇੱਕ ਅੱਧੇ ਕੁਐਸਚਨ ਨੂੰ ਛੱਡ ਕੇ। ਸੋ ਅਗਲਾ ਇੱਕ ਪੇਪਰ ਹੋਰ ਰਹਿੰਦਾ 3582, ਤਾਂ ਕੱਲ੍ਹ ਨੂੰ ਤੁਹਾਨੂੰ ਉਹ ਕੁਐਸਚਨ ਪ੍ਰੋਵਾਈਡ ਕਰ ਦਾਂਗੇ। ਇਸ ਤੋਂ ਬਾਅਦ ਜੋ ਪੇਪਰ ਹਿਸਟਰੀ ਦੇ ਹੋਏ ਸੀ ਉਹ ਤੁਹਾਨੂੰ ਪ੍ਰੋਵਾਈਡ ਹੈ ਜਿਹੜੇ ਜਲਦੀ ਕਰ ਦਾਂਗੇ। ਸੋ ਇਹ ਪ੍ਰੋਵਾਈਡ ਕਰਨੇ ਜ਼ਰੂਰੀ ਹੈ। ਇਹਨਾਂ ਦੇ ਵਿੱਚੋਂ ਤੁਹਾਨੂੰ 5-7 ਕੁਐਸਚਨ 100% ਸ਼ੋਰ ਹੈ ਆਉਣਗੇ ਹੀ ਆਉਣਗੇ। 5-7 ਨੰਬਰ ਬਹੁਤ ਹੁੰਦੇ ਹੈ, ਮੈਰਿਟ ਤਾਂ ਇੱਕ ਛੋਟੇ ਅੰਕ 'ਤੇ ਵੀ ਹੈ ਜਿਹੜੀ ਫਸ ਜਾਂਦੀ ਹੈ। ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। PDF ਨੋਟਸ ਵੀਡੀਓ ਡਿਸਕ੍ਰਿਪਸ਼ਨ ਵਿੱਚੋਂ ਜਾ ਕੇ ਡਾਊਨਲੋਡ ਤੁਸੀਂ ਕਰ ਸਕਦੇ ਹੋ। ਧੰਨਵਾਦ ਜੀ।